ਸੱਚੈ ਸੱਚਾ ਤਖਤ ਰਚਾਇਆ, ਨਿਜ ਘਰ ਵਸਿਆ, ਤਿੱਥੈ ਮੋਹ ਨ ਮਾਇਆ। ਫਰਮਾਨ ਕਰ ਰਹੇ ਹਨ ਸਤਿਗੁਰੂ ਪਾਤਸ਼ਾਹ ਕਿ ਹੇ ਭਾਈ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਆਪਣੇ ਨਿਜ ਘਰ ਵਿੱਚ ਬੈਠਣ ਵਾਸਤੇ ਸਦਾ ਕਾਇਮ ਰਹਿਣ ਵਾਲਾ ਤਖਤ ਬਣਾ ਰੱਖਿਆ ਹੈ। ਉਸ ਸਵੈ ਸਰੂਪ ਵਿੱਚ ਉਹ ਅਡੋਲ ਬੈਠਾ ਹੈ। ਉੱਥੇ ਮਾਇਆ ਦਾ ਮੋਹ ਅਸਰ ਨਹੀਂ ਕਰ ਸਕਦਾ। ਫਿਰ ਫਰਮਾਨ ਹੈ, ਸਦ ਹੀ ਸਾਚ ਵਸਿਆ ਘਟ ਅੰਤਰ, ਗੁਰਮੁਖ ਕਰਨੀ ਸਾਰੀ ਹੈ। ਫਿਰ ਫਰਮਾਨ ਕਰ ਰਹੇ ਹਨ ਸਤਿਗੁਰੂ ਪਾਤਸ਼ਾਹ ਕਿ ਹੇ ਭਾਈ, ਗੁਰੂ ਦੀ ਸ਼ਰਨ ਪੈ ਕੇ ਜਿਹੜਾ ਮਨੁੱਖ ਹਰ ਨਾਮ ਜਪਣ ਦਾ ਸ੍ਰੇਸ਼ਟ ਕਰਨਯੋਗ ਕੰਮ ਕਰਦਾ ਹੈ, ਉਸ ਦੇ ਹਿਰਦੇ ਵਿੱਚ ਉਹ ਸਦਾ ਥਿਰ ਪ੍ਰਭੂ ਸਦਾ ਵਸਦਾ ਹੈ। ਫਿਰ ਫਰਮਾਨ ਹੈ, ਸੱਚਾ ਸੌਦਾ ਸੱਚ ਵਾਪਾਰਾ, ਨਾ ਤਿੱਥੈ ਭਰਮ ਨਾ ਦੂਜਾ ਪਸਾਰਾ। ਹੇ ਭਾਈ, ਨਾਮ ਧਨ ਖੱਟਣਾ ਹੀ ਸਦਾ ਥਿਰ ਸੌਦਾ ਹੈ। ਸਦਾ ਥਿਰ ਰਹਿਣ ਵਾਲਾ ਸੌਦਾ ਨਾਮ ਖੱਟਣਾ ਹੀ ਹੈ, ਸਦਾ ਥਿਰ ਵਪਾਰ ਹੈ ਇਹ। ਉਸ ਸੌਦੇ ਵਪਾਰ ਵਿੱਚ ਕੋਈ ਭਟਕਣਾ ਨਹੀਂ ਹੈ। ਜਿਹੜਾ ਇਹ ਨਾਮ ਦਾ ਵਪਾਰ ਹੈ, ਇਹਦੇ ਵਿੱਚ ਕੋਈ ਭਟਕਣਾ ਨਹੀਂ ਹੈ, ਕੋਈ ਮਾਇਆ ਦਾ ਖਲ ਜਗਣ ਨਹੀਂ। ਫਿਰ ਫਰਮਾਨ ਹੈ, ਸੱਚਾ ਧਨ ਖੱਟਿਆ ਕਦੇ ਟੋਟ ਨਾ ਆਵੈ, ਬੁਝੈ ਕੋ ਵਿਚਾਰੀ ਹੈ। ਇਹ ਸਦਾ ਥਿਰ ਨਾਮ ਧਨ ਖੱਟਿਆਂ ਕਦੇ ਘਾਟਾ ਨਹੀਂ ਪੈਂਦਾ, ਕਦੇ ਵੀ ਘਾਟਾ ਨਹੀਂ ਪੈਂਦਾ ਜੇ ਨਾਮ ਦਾ ਧਨ ਖੱਟੀਏ। ਪਰ ਇਸ ਗੱਲ ਨੂੰ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ। ਫਿਰ ਅੱਗੇ ਫਰਮਾਨ ਹੈ, ਸੱਚੈ ਲਾਏ ਸੇ ਜਨ ਲਾਗੇ, ਅੰਤਰ ਸ਼ਬਦ ਮਸਤਕ ਵਡ ਭਾਗੇ। ਹੇ ਭਾਈ, ਇਸ ਨਾਮ ਧਨ ਦੇ ਵਪਾਰ ਵਿੱਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਨੂੰ ਸਦਾ ਥਿਰ ਪਰਮਾਤਮਾ ਨੇ ਆਪ ਲਾਇਆ ਹੈ। ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ। ਉਹਨਾਂ ਦੇ ਮੱਥੇ ਉੱਤੇ ਚੰਗੇ ਭਾਗ ਜਾਗ ਪੈਂਦੇ ਹਨ। ਫਿਰ ਫਰਮਾਨ ਹੈ, ਸੱਚੈ ਸ਼ਬਦ ਸਦਾ ਗੁਣ ਗਾਵਹਿ, ਸ਼ਬਦ ਰਤੇ ਵਿਚਾਰੀ ਹੈ। ਉਹ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਦੀ ਰਾਹੀਂ ਸਦਾ ਹਰ ਗੁਣ ਗਾਉਂਦੇ ਹਨ, ਸਦਾ ਹੀ ਹਰ ਗੁਣ ਗਾਉਂਦੇ ਰਹਿੰਦੇ ਹਨ। ਉਹ ਮਨੁੱਖ ਗੁਰੂ ਸ਼ਬਦ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ।
ਉਹ ਉੱਚੀ ਵਿਚਾਰ ਦੇ ਮਾਲਕ ਬਣ ਜਾਂਦੇ ਹਨ, ਉਹ ਉੱਚੀ ਤੇ ਸੁੱਚੀ ਸੋਚ ਵਾਲੇ ਬਣ ਜਾਂਦੇ ਹਨ। ਕਹਿਣ ਦਾ ਭਾਵ ਫਿਰ ਫਰਮਾਨ ਹੈ, ਸੱਚੋ ਸੱਚਾ ਸੱਚ ਸਾਲਾਹੀ, ਏਕੋ ਵੇਖਾ ਦੂਜਾ ਨਾਹੀ। हे ਭਾਈ, ਮੈਂ ਤਾਂ ਸਦਾ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫਤ ਸਲਾਹ ਕਰਦਾ ਹਾਂ। ਮੈਂ ਤਾਂ ਹਰ ਥਾਂ ਸਿਰਫ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ। ਮੈਨੂੰ ਉਸ ਤੋਂ ਬਿਨਾਂ ਕੋਈ ਹੋਰ ਦਿਸਦਾ ਹੀ ਨਹੀਂ। ਫਿਰ ਫਰਮਾਨ ਹੈ, ਗੁਰਮਤਿ ਉੱਚੋ ਉੱਚੀ ਪੌੜੀ, ਗਿਆਨ ਰਤਨ ਹਉਮੈ ਮਾਰੀ ਹੈ। हे ਭਾਈ, ਗੁਰੂ ਦੀ ਮੱਤ ਉੱਤੇ ਤੁਰ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਇਹ ਹੀ ਹੈ ਪਰਮਾਤਮਾ ਦੇ ਚਰਨਾਂ ਤੱਕ ਪਹੁੰਚਣ ਲਈ ਸਭ ਤੋਂ ਉੱਚੀ ਪੌੜੀ। ਇਹੀ ਪੌੜੀ ਹੈ ਪਰਮਾਤਮਾ ਦੀ ਗੁਣਗਾਨ ਗਾਉਣੇ, ਪਰਮਾਤਮਾ ਦੇ ਉਸ ਤੱਕ ਪਹੁੰਚਣ ਦੀ ਸਭ ਤੋਂ ਉੱਚੀ ਪੌੜੀ ਇਹੀ ਹੈ। ਇਹ ਸ੍ਰੇਸ਼ਟ ਗਿਆਨ ਦੀ ਬਰਕਤ ਨਾਲ ਮਨੁੱਖ ਆਪਣੇ ਅੰਦਰੋਂ ਹਉਮੈ ਮਾਰ ਮੁਕਾਉਂਦਾ ਹੈ। ਫਿਰ ਫਰਮਾਨ ਹੈ, ਮਾਇਆ ਮੋਹ ਸ਼ਬਦ ਜਲਾਇਆ, ਸੱਚ ਮਨ ਵਸਿਆ ਜਾ ਤੁਧ ਭਾਇਆ। हे ਪ੍ਰਭੂ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਮਾਇਆ ਦਾ ਮੋਹ ਸਾੜ ਦਿੱਤਾ, ਖਤਮ ਕਰ ਲਿਆ ਮਾਇਆ ਦਾ ਮੋਹ, ਜਦੋਂ ਉਹ ਮਨੁੱਖ ਤੈਨੂੰ ਚੰਗਾ ਲੱਗਣ ਲੱਗ ਪਿਆ, ਫਿਰ ਉਸ ਵਕਤ ਤੇਰਾ ਸਦਾ ਥਿਰ ਨਾਮ ਉਸ ਦੇ ਮਨ ਵਿੱਚ ਵਸ ਪਿਆ। ਫਿਰ ਫਰਮਾਨ ਹੈ, ਸੱਚੇ ਕੀ ਸਭ ਸੱਚੀ ਕਰਨੀ, ਹਉਮੈ ਤਿਖਾ ਨਿਵਾਰੀ ਹੈ। हे ਭਾਈ, ਜਿਸ ਮਨੁੱਖ ਨੇ ਆਪਣੇ ਅੰਦਰੋਂ ਹਉਮੈ ਦੂਰ ਕਰ ਲਈ, ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ, ਜਿਸ ਨੇ ਆਪਦੇ ਅੰਦਰੋਂ, ਉਸ ਨੂੰ ਅਭੁੱਲ ਪਰਮਾਤਮਾ ਦੀ ਸਾਰੀ ਕਾਰ ਅਭੁੱਲ ਜਾਪਣ ਲੱਗ ਪੈਂਦੀ ਹੈ। ਫਿਰ ਫਰਮਾਨ ਹੈ, ਮਾਇਆ ਮੋਹ ਸਭ ਆਪੇ ਕੀਨਾ, ਗੁਰਮੁਖ ਵਿਰਲੇ ਕਿਨਹੀ ਚੀਨਾ। हे ਭਾਈ, ਮਾਇਆ ਦਾ ਸਾਰਾ ਮੋਹ ਪਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ, ਪਰ ਇਹ ਗੱਲ ਕਿਸੇ ਉਸ ਵਿਰਲੇ ਨੇ ਹੀ ਪਛਾਣੀ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਜੋ ਗੁਰੂ ਦੀ ਮੱਤ 'ਤੇ ਤੁਰਦਾ ਹੈ। ਉਸ ਵਿਰਲੇ ਨੇ ਹੀ ਇਸ ਗੱਲ ਨੂੰ ਸਮਝਿਆ ਹੈ। ਤੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਜਾਂਦਾ ਹੈ, ਫਿਰ ਫਰਮਾਨ ਹੈ, ਗੁਰਮੁਖ ਹੋਵੈ ਸੋ ਸੱਚ ਕਮਾਵੈ, ਸਾਚੀ ਕਰਨੀ ਸਾਰੀ ਹੈ। ਕਹਿੰਦੇ ਉਹ ਮਨੁੱਖ ਜਿਹੜਾ ਗੁਰੂ ਦੀ ਸ਼ਰਨ ਪੈ ਜਾਂਦਾ ਹੈ, ਉਹ ਮਨੁੱਖ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਉਸ ਨੂੰ ਨਾਮ ਸਿਮਰਨ ਵਾਲੀ ਕਾਰ ਹੀ
ਸ੍ਰੇਸ਼ਟ ਲੱਗਦੀ ਹੈ। ਇਹ ਕੰਮ ਹੀ ਉਸ ਨੂੰ ਸ੍ਰੇਸ਼ਟ ਲੱਗਦਾ ਨਾਮ ਸਿਮਰਨ ਵਾਲਾ ਹੀ, ਵੀ ਇਸ ਤੋਂ ਉੱਤੇ ਅਤੇ ਇਸ ਤੋਂ ਚੰਗਾ ਹੋਰ ਕੋਈ ਕੰਮ ਹੈ ਹੀ ਨਹੀਂ। ਫਿਰ ਫਰਮਾਨ ਹੈ, ਕਾਰ ਕਮਾਈ ਜੋ ਮੇਰੇ ਪ੍ਰਭ ਭਾਈ, ਹਉਮੈ ਤ੍ਰਿਸ਼ਨਾ ਸ਼ਬਦ ਬੁਝਾਈ। ਹੇ ਭਾਈ, ਜਿਸ ਮਨੁੱਖ ਨੇ ਉਹ ਕਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਮੇਰੇ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹਉਮੈ ਦੂਰ ਕਰ ਲਈ। ਫਿਰ ਫਰਮਾਨ ਹੈ, ਗੁਰਮਤਿ ਸਦਹੀ ਅੰਤਰ ਸੀਤਲ, ਹਉਮੈ ਮਾਰ ਨਿਵਾਰੀ ਹੈ। ਜਿਹਨੇ ਫਿਰ ਇਹ ਕੰਮ ਕਰ ਲਿਆ, ਭਾਵ ਗੁਰੂ ਦੀ ਰਜ਼ਾ ਦੇ, ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ, ਉਹਦੇ ਹੁਕਮ ਨੂੰ ਸਿਰ ਮੱਥੇ ਮੰਨਣਾ ਸ਼ੁਰੂ ਕਰ ਦਿੱਤਾ, ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਆਪਣੇ ਅੰਦਰੋਂ ਹਉਮੈ ਦੂਰ ਕਰ ਲਈ ਜਿਹਨੇ, ਕਹਿੰਦੇ ਫਿਰ ਉਹਦਾ ਕੀ ਹੁੰਦਾ ਹੈ, ਇਹੋ ਜਿਹਾ ਮਨੁੱਖ, ਕਹਿੰਦੇ ਮਾਇਆ ਦੀ ਤ੍ਰਿਸ਼ਨਾ ਫਿਰ ਉਹਦੀ ਮਿਟ ਜਾਂਦੀ ਹੈ। ਅਤੇ ਜਿਸ ਨੇ ਹਉਮੈ ਮਾਰ ਕੇ ਮੁਕਾ ਦਿੱਤੀ, ਕਹਿੰਦੇ ਗੁਰੂ ਦੀ ਮੱਤ ਉੱਤੇ ਤੁਰ ਕੇ ਉਸ ਦਾ ਹਿਰਦਾ ਸਦਾ ਹੀ ਸ਼ਾਂਤ ਸ਼ੀਤਲ ਰਹਿੰਦਾ ਹੈ। ਫਿਰ ਫਰਮਾਨ ਹੈ, ਸੱਚ ਲੱਗੇ ਤਿੰਨ ਸਭ ਕਿਛ ਭਾਵੈ, ਸੱਚੈ ਸ਼ਬਦੇ ਸੱਚ ਸੁਹਾਵੈ। ਹੇ ਭਾਈ, ਜਿਹੜੇ ਮਨੁੱਖ ਸਦਾ ਥਿਰ ਹਰ ਨਾਮ ਵਿੱਚ ਜੁੜਦੇ ਹਨ, ਉਹਨਾਂ ਨੂੰ ਪਰਮਾਤਮਾ ਦਾ ਕੀਤਾ ਹੋਇਆ ਹਰੇਕ ਕੰਮ ਭਲਾ ਜਾਪਦਾ। ਜਿਹੜੇ ਨਾਮ ਦੇ ਵਿੱਚ ਜੁੜਦੇ ਹਨ, ਫਿਰ ਪਰਮਾਤਮਾ ਜੋ ਵੀ ਕਰਦਾ ਹੈ, ਭਲਾ ਦੀ ਦੁੱਖ ਹੈ ਚਾਹੇ ਸੁੱਖ ਹੈ, ਜ਼ਿੰਦਗੀ ਦੇ ਵਿੱਚ ਜੋ ਵੀ ਹੈ, ਉਹ ਫਿਰ ਉਹਨਾਂ ਨੂੰ ਇਉਂ ਲੱਗਦਾ ਵੀ ਪਰਮਾਤਮਾ ਜੋ ਕਰ ਰਿਹਾ ਹੈ ਉਹ ਚੰਗਾ ਹੀ ਕਰ ਰਿਹਾ ਹੈ, ਕਿਉਂ ਉਸੇ ਨੂੰ ਰਜ਼ਾ ਕਹਿੰਦੇ ਹੈ। ਕਹਿੰਦੇ ਹੈ ਭਾਈ, ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਦੀ ਰਾਹੀਂ ਸਦਾ ਥਿਰ ਪ੍ਰਭੂ ਵਿੱਚ ਟਿਕ ਕੇ ਮਨੁੱਖ ਆਪਣਾ ਜੀਵਨ ਸੋਹਣਾ ਬਣਾ ਲੈਂਦਾ ਹੈ। ਫਿਰ ਫਰਮਾਨ ਹੈ, ਐਥੈ ਸਾਚੇ ਸੇ ਦਰ ਸਾਚੇ, ਨਦਰ ਨਦਰ ਸਵਾਰੀ ਹੈ। ਫਿਰ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਿ ਸਿਮਰਨ ਦੀ ਬਰਕਤ ਨਾਲ ਜਿਹੜੇ ਮਨੁੱਖ ਇਸ ਲੋਕ ਵਿੱਚ ਸੁਰਖਰੂ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਫਿਰ ਸੁਰਖਰੂ ਹੋ ਜਾਂਦੇ ਹੈ। ਜਿਹੜੇ ਇਸ ਸੰਸਾਰ ਵਿੱਚ ਸੁਰਖਰੂ ਹੋ ਜਾਂਦੇ ਹਨ ਸਿਮਰਨ ਦੀ ਬਰਕਤ ਨਾਲ, ਉਹ ਸਮਝ ਲਓ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਵੀ ਸੁਰਖਰੂ ਹੋ ਜਾਂਦੇ ਹਨ। ਉੱਥੇ ਵੀ ਉਹਨਾਂ ਨੂੰ ਫਿਰ ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ। ਅਤੇ ਮਿਹਰ ਦੀ ਨਿਗਾਹ ਵਾਲੇ ਪਰਮਾਤਮਾ ਦੀ ਮਿਹਰ ਦੀ ਨਜ਼ਰ, ਕਹਿੰਦੇ ਉਹਨਾਂ ਦਾ ਜੀਵਨ ਹੈ ਜਿਹੜਾ ਉਹ ਸੰਵਾਰ ਦਿੰਦੀ ਹੈ। ਫਿਰ ਫਰਮਾਨ ਹੈ, ਬਿਨ ਸਾਚੇ ਜੋ ਦੂਜੈ ਲਾਇਆ, ਮਾਇਆ ਮੋਹ ਦੁੱਖ ਸਬਾਇਆ। ਕਹਿੰਦੇ ਹੈ ਭਾਈ, ਸਦਾ ਥਿਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ ਜਿਹੜਾ ਮਨੁੱਖ ਮਾਇਆ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ,
ਉਸ ਨੂੰ ਮਾਇਆ ਦੇ ਮੋਹ ਦੇ ਸਾਰੇ ਦੁੱਖ ਫਿਰ ਚੰਬੜੇ ਰਹਿੰਦੇ ਆ। ਮਾਇਆ ਦੇ ਮੋਹ ਦਾ ਭਾਰੀ ਦੁੱਖ ਉਸ ਨੂੰ ਵਾਪਰਿਆ ਰਹਿੰਦਾ। ਫਿਰ ਬਿਨ ਗੁਰ ਦੁੱਖ ਸੁਖ ਜਾਪੈ ਨਾਹੀ, ਮਾਇਆ ਮੋਹ ਦੁਖ ਭਾਰੀ ਹੈ। ਕਹਿੰਦੇ ਫਿਰ ਜਦੋਂ ਇਹ ਦੁੱਖ ਮਾਇਆ ਦਾ ਵਾਪਰਿਆ ਰਹਿੰਦਾ ਹੈ ਉਹਨਾਂ ਦੇ ਜੀਵਨ ਦੇ ਵਿੱਚ, ਮਾਇਆ ਦੇ ਮੋਹ ਦੇ ਵਿੱਚ ਹੀ ਚੰਬੜੇ ਰਹਿੰਦੇ ਆ ਜਿਹੜੇ, ਕਹਿੰਦੇ ਗੁਰੂ ਦੀ ਸ਼ਰਨ ਤੋਂ ਬਿਨਾਂ, ਗੁਰਬਾਣੀ ਦਾ ਓਟ ਆਸਰਾ ਲਏ ਤੋਂ ਬਿਨਾਂ, ਕਹਿੰਦੇ ਇਹ ਸਮਝ ਨਹੀਂ ਪੈਂਦੀ ਕਿ ਦੁੱਖ ਕਿਵੇਂ ਦੂਰ ਹੋਵੇ ਤੇ ਸੁੱਖ ਕਿਵੇਂ ਮਿਲੇ। ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ। ਸਮਝ ਕਿਉਂ? ਸਮਝ ਤਾਂ ਸ਼ਬਦ ਤੋਂ ਆਉਣੀ ਸੀ, ਗੁਰਬਾਣੀ ਦੇ ਤੋਂ, ਉਹਦੇ ਨਾਲ ਜੁੜਿਆ ਨਹੀਂ, ਉਹਦੀ ਜ਼ਰੂਰਤ ਨਹੀਂ ਸਮਝੀ, ਤਾਂ ਫਿਰ ਸਮਝ ਕਿਵੇਂ ਆਵੇ? ਫਿਰ ਅੱਗੇ ਫਰਮਾਨ ਹੈ, ਸਾਚਾ ਸ਼ਬਦ ਜਿਨ੍ਹਾਂ ਮਨ ਪਾਇਆ, ਪੂਰਬ ਲਿਖਿਆ ਤਿੰਨੇ ਕਮਾਇਆ। ਫਿਰ ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਹੇ ਭਾਈ, ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਪਿਆਰੀ ਲੱਗਣ ਲੱਗ ਪੈਂਦੀ ਹੈ, ਅੰਦਰ ਖਿੱਚ ਬਣ ਜਾਂਦੀ ਹੈ ਵੀ ਮੈਂ ਬਾਣੀ ਪੜ੍ਹਾਂ, ਜਦੋਂ ਸਮਾਂ ਮਿਲਦਾ ਉਦੋਂ ਹੀ ਬਾਣੀ ਪੜ੍ਹਦਾ, ਇੱਧਰ ਉੱਧਰ ਨਹੀਂ ਭਟਕਦਾ। ਵਿਹਲਾ ਸਮਾਂ ਜਦੋਂ ਵੀ ਕੁਛ ਮਿਲਦਾ ਹੈ, ਘੰਟਾ ਅੱਧਾ ਘੰਟਾ, ਉਦੋਂ ਹੀ ਬਾਣੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਤਾਂ ਸਮਝ ਲਓ ਉਹਦੇ ਅੰਦਰ ਲਗਨ ਪੈਦਾ ਹੋ ਗਈ। ਕਹਿੰਦੇ ਫਿਰ ਜਦੋਂ ਜਿਨ੍ਹਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਹੋਣ ਲੱਗ ਗਿਆ, ਬਾਣੀ ਹੈ ਜਿਹੜੀ ਉਹ ਪਿਆਰੀ ਲੱਗਣ ਲੱਗ ਪੈਂਦੀ ਹੈ, ਕਹਿੰਦੇ ਉਹੀ ਮਨੁੱਖ ਪੂਰਬਲੇ ਜਨਮ ਵਿੱਚ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨਾਮ ਸਿਮਰਨ ਦੀ ਕਮਾਈ ਕਰਦੇ ਹਨ। ਫਿਰ ਫਰਮਾਨ ਹੈ, ਸੱਚੋ ਸੇਵਹਿ ਸੱਚ ਧਿਆਵਹਿ, ਸੱਚ ਰਤੇ ਵਿਚਾਰੀ ਹੈ। ਫਿਰ ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਉਹ ਮਨੁੱਖ ਸਦਾ ਥਿਰ ਪ੍ਰਭੂ ਦੀ ਸੇਵਾ ਭਗਤੀ ਕਰਦੇ ਹਨ, ਸਦਾ ਥਿਰ ਪ੍ਰਭੂ ਨੂੰ ਸਿਮਰਦੇ ਹਨ, ਸਦਾ ਥਿਰ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਤੇ ਉੱਚੀ ਸੂਝ ਵਾਲੇ, ਸਮਝ ਵਾਲੇ ਬਣ ਜਾਂਦੇ ਹੈ। ਉਹਨਾਂ ਦੀ ਸੋਚ ਉੱਚੀ ਤੇ ਸੁੱਚੀ ਹੋ ਜਾਂਦੀ ਹੈ। ਫਿਰ ਫਰਮਾਨ ਹੈ, ਗੁਰ ਕੀ ਸੇਵਾ ਮੀਠੀ ਲਾਗੀ, ਅਨ ਦਿਨ ਸੂਖ ਸਹਿਜ ਸਮਾਧੀ। ਕਹਿੰਦੇ ਹੇ ਭਾਈ, ਜਿਸ ਮਨੁੱਖ ਨੂੰ ਗੁਰੂ ਦੀ ਦੱਸੀ ਹੋਈ ਸੇਵਾ ਪਿਆਰੀ ਲੱਗਣ ਲੱਗ ਪੈਂਦੀ ਹੈ, ਸੇਵਾ ਮਿੱਠੀ ਲੱਗਣ ਲੱਗ ਪੈਂਦੀ ਹੈ, ਭਾਵ ਸੇਵਾ ਕਰਨ ਦੇ ਵਿੱਚ ਮਨ ਗਿੱਝ ਜਾਂਦਾ ਹੈ, ਚਾਅ ਹੁੰਦਾ ਸੇਵਾ ਕਰਨ ਦਾ, ਕਹਿੰਦੇ ਉਹ ਹਰ ਵੇਲੇ ਆਤਮਿਕ ਆਨੰਦ ਮਾਣਦਾ। ਫਿਰ ਉਸ ਦੀ ਆਤਮਿਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ। ਫਿਰ ਫਰਮਾਨ ਹੈ, ਹਰ ਹਰ ਕਰਤਿਆਂ ਮਨ ਨਿਰਮਲ ਹੋਆ, ਗੁਰ ਕੀ ਸੇਵ ਪਿਆਰੀ ਹੈ। ਕਹਿੰਦੇ ਪਰਮਾਤਮਾ ਦਾ ਨਾਮ ਜਪਦਿਆਂ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ।
ਜਿਹਨੂੰ ਸੇਵਾ ਮਿੱਠੀ ਲੱਗਣ ਲੱਗ ਪਈ, ਜਿਹਦਾ ਮਨ ਇਉਂ ਹੋ ਗਿਆ ਵੀ ਹੁਣ ਕਦੋਂ ਅੰਮ੍ਰਿਤ ਵੇਲਾ ਹੋਵੇ ਅਤੇ ਕਦੋਂ ਸਮਾਂ ਮਿਲੇ ਤਾਂ ਮੈਂ ਗੁਰੂ ਦੇ ਦਰ 'ਤੇ ਸੇਵਾ ਕਰਾਂ। ਫਿਰ ਜਿਹੜਾ ਇਸ ਤਰ੍ਹਾਂ ਸੇਵਾ ਦੇ ਵਿੱਚ ਪਿਆਰ ਬਣ ਗਿਆ, ਖਿੱਚ ਬਣ ਗਈ ਅੰਦਰ, ਕਹਿੰਦੇ ਫਿਰ ਪ੍ਰਮਾਤਮਾ ਦਾ ਨਾਮ ਜਪਦਿਆਂ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਗੁਰੂ ਦੀ ਸ਼ਰਨ ਵਿੱਚ ਪਏ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ। ਫਿਰ ਫਰਮਾਨ ਹੈ, ਸੇ ਜਨ ਸੁਖੀਏ ਸਤਿਗੁਰ ਸੱਚੇ ਲਾਇ, ਆਪੇ ਭਾਣੇ ਆਪ ਮਿਲਾਏ। ਕਹਿੰਦੇ ਹੈ ਭਾਈ, ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਜੋੜ ਦਿੱਤਾ, ਸੇਵਾ ਸਿਮਰਨ ਵਿੱਚ ਜੋੜ ਦਿੱਤਾ, ਉਹ ਸੁਖੀ ਜੀਵਨ ਬਤੀਤ ਕਰਦੇ ਹਨ। ਇਹ ਪ੍ਰਮਾਤਮਾ ਦੀ ਆਪਣੀ ਹੀ ਇਹ ਮਿਹਰ ਹੈ। ਫਿਰ ਸਮਝ ਲਓ, ਜਿਹਦੇ ਉੱਤੇ ਮਿਹਰ ਹੋ ਗਈ ਉਹਦਾ ਜੀਵਨ ਸਫਲਾ ਹੋ ਗਿਆ, ਸੋਹਣਾ ਬਣ ਗਿਆ ਉਹਦਾ ਜੀਵਨ। ਪ੍ਰਭੂ ਨੂੰ ਆਪ ਹੀ ਅਜਿਹੇ ਮਨੁੱਖ ਚੰਗੇ ਲੱਗੇ ਅਤੇ ਆਪ ਹੀ ਉਸ ਨੇ ਆਪਣੇ ਚਰਨਾਂ ਵਿੱਚ ਜੋੜ ਲਏ। ਫਿਰ ਫਰਮਾਨ ਹੈ, ਸਤਿਗੁਰ ਰਾਖੇ ਸੇ ਜਨ ਉਭਰੇ, ਹੋਰ ਮਾਇਆ ਮੋਹ ਖੁਆਰੀ ਹੈ। ਕਹਿੰਦੇ ਹੈ ਭਾਈ, ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ, ਉਹ ਮਨੁੱਖ ਮਾਇਆ ਦੇ ਮੋਹ ਤੋਂ ਬਚ ਗਏ, ਮਾਇਆ ਦੇ ਮੋਹ ਤੋਂ ਉਹ ਬਚ ਗਏ। ਹੋਰ ਲੁਕਾਈ ਮਾਇਆ ਦੇ ਮੋਹ ਦੀ ਖੁਆਰੀ ਸਾਰੀ ਉਮਰ ਹੀ ਚੱਲਦੀ ਰਹੀ। ਫਿਰ ਫਰਮਾਨ ਹੈ, ਗੁਰਮੁਖ ਸਾਚਾ ਸ਼ਬਦ ਪਛਾਤਾ, ਨਾ ਤਿਸ ਕੁਟੰਬ ਨਾ ਤਿਸ ਮਾਤਾ। ਕਹਿੰਦੇ ਹੈ ਭਾਈ, ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਥਿਰ ਪਰਮਾਤਮਾ ਨਾਲ ਸਾਂਝ ਪਾ ਲਈ, ਉਸ ਨੂੰ ਇਹ ਸਮਝ ਆ ਗਈ ਕਿ ਉਸ ਪਰਮਾਤਮਾ ਦਾ ਨਾ ਕੋਈ ਖਾਸ ਪਰਿਵਾਰ ਹੈ। ਫਿਰ ਉਸ ਨੂੰ ਇਹ ਸਮਝ ਆ ਗਈ ਕਿ ਉਸ ਦਾ ਨਾ ਕੋਈ ਖਾਸ ਪਰਿਵਾਰ ਹੈ। ਫਿਰ ਫਰਮਾਨ ਹੈ, ਏਕੋ ਏਕ ਰਵਿਆ ਸਭ ਅੰਤਰ, ਸਭਨਾ ਜੀਆਂ ਕਾ ਆਧਾਰੀ ਹੈ। ਕਹਿੰਦੇ ਫਿਰ ਉਹਦਾ ਮੰਨ ਲਓ ਉਹ ਪਰਮਾਤਮਾ ਕੇਵਲ ਇੱਕੋ ਹੀ ਇੱਕ ਹੈ, ਨਾ ਕੋਈ ਉਹਦਾ ਖਾਸ ਪਰਿਵਾਰ ਹੈ, ਨਾ ਉਸ ਦੀ ਕੋਈ ਮਾਂ ਹੈ। ਉਹ ਆਪ ਹੀ ਆਪ ਸਭ ਜੀਵਾਂ ਵਿੱਚ ਵਿਆਪਕ ਹੈ ਅਤੇ ਸਭ ਜੀਵਾਂ ਦਾ ਆਸਰਾ ਹੈ। ਫਿਰ ਅੱਗੇ ਫਰਮਾਨ ਹੈ, ਹਉਮੈ ਮੇਰਾ ਦੂਜਾ ਪਾਇਆ, ਕਿਛ ਨਾ ਚੱਲੈ ਧੁਰ ਖਸਮ ਲਿਖ ਪਾਇਆ। ਕਹਿੰਦੇ ਹੈ ਭਾਈ, ਕਈ ਐਸੇ ਹਨ ਜਿਨ੍ਹਾਂ ਨੂੰ ਹਉਮੈ ਚੰਗੀ ਲੱਗਦੀ ਹੈ। ਇਹੋ ਜਿਹੇ ਵੀ ਕਈ ਹੈਗੇ ਹਨ ਜਿਹਨੂੰ ਹਉਮੈ ਚੰਗੀ ਲੱਗਦੀ ਹੈ, ਮਮਤਾ ਪਿਆਰੀ ਲੱਗਦੀ ਹੈ, ਮਾਇਆ ਦਾ ਮੋਹ ਪਸੰਦ ਹੈ। ਇਹੋ ਜਿਹੇ ਵੀ ਹੈ ਕਹਿੰਦੇ ਸਤਿਗੁਰੂ ਪਾਤਸ਼ਾਹ, ਬਥੇਰੀ ਹੈ ਕਹਿੰਦੇ। ਪਰ ਮਾਲਕ ਪ੍ਰਭੂ ਨੇ ਧੁਰੋਂ ਹੀ ਕਹਿੰਦੇ ਇਹ ਮਰਿਆਦਾ ਚਲਾ ਰੱਖੀ ਹੈ। ਉਸ ਅਕਾਲ ਪੁਰਖ ਦੀ ਇੱਕ ਮਰਿਆਦਾ ਹੈ ਜਿਹੜੀ ਸਦਾ ਹੀ ਅਟੱਲ ਹੈ। ਉਹ ਕਿਹੜੀ ਹੈ ਕਿ ਕੋਈ ਵੀ ਚੀਜ਼ ਕਿਸੇ ਦੇ ਨਾਲ ਨਹੀਂ ਜਾਂਦੀ। ਇਹ ਤਾਂ ਸਭ ਨੂੰ ਪਤਾ ਹੈ।
ਵੀ ਨਾਲ ਤਾਂ ਕੁਛ ਨਹੀਂ ਆਉਂਦਾ। ਤੇ ਪਰ ਕਹਿੰਦੇ ਫਿਰ ਵੀ ਅਸੀਂ ਇਸ ਜੰਜਾਲ 'ਚੋਂ ਨਿਕਲਦੇ ਨਹੀਂ। ਗੁਰ ਸਾਚੇ ਤੇ ਸਾਚ ਕਮਾਵਹੇ, ਸਾਚੈ ਦੁਖ ਨਿਵਾਰੀ ਹੈ। ਫਿਰ ਫਰਮਾਨ ਹੈ ਕਿ ਅਭੁੱਲ ਗੁਰੂ ਤੋਂ ਸਿੱਖਿਆ ਲੈ ਕੇ, ਭਾਵ ਗੁਰਬਾਣੀ ਤੋਂ ਸੇਧ ਲੈ ਕੇ, ਜਿਹੜੇ ਮਨੁੱਖ ਸਦਾ ਥਿਰ ਹਰ ਨਾਮ ਸਿਮਰਨ ਦੀ ਕਮਾਈ ਕਰਦੇ ਹੈ, ਆਪਦਾ ਜੀਵਨ ਗੁਰਬਾਣੀ ਤੋਂ ਸੇਧ ਲੈ ਕੇ ਗੁਰਬਾਣੀ ਦੇ ਮੁਤਾਬਕ, ਸ਼ਬਦ ਦੇ ਮੁਤਾਬਕ ਆਪਦੇ ਜੀਵਨ ਨੂੰ ਜਿਹੜੇ ਘੜਦੇ ਹਨ, ਕਹਿੰਦੇ ਸਦਾ ਥਿਰ ਪਰਮਾਤਮਾ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ। ਦੁੱਖ ਨਿਵਾਰੀ ਹੈ, ਨਿਵਾਰੀ ਦਾ ਮਤਲਬ ਖਤਮ ਕਰ ਦਿੱਤੇ। ਜਾ ਤੂੰ ਦੇਹ ਸਦਾ ਸੁਖ ਪਾਏ, ਸਾਚੈ ਸ਼ਬਦੇ ਸਾਚ ਕਮਾਏ। ਨਹੀਂ ਪ੍ਰਭੂ, ਜਦੋਂ ਕਿਸੇ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਤੂੰ, ਉਹ ਮਨੁੱਖ ਸਦਾ ਆਤਮਿਕ ਆਨੰਦ ਮਾਣਦਾ ਹੈ। ਉਹ ਸਦਾ ਆਤਮਿਕ ਆਨੰਦ ਮਾਣਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਸਦਾ ਥਿਰ ਸਰੂਪ ਵਿੱਚ ਟਿਕ ਕੇ ਤੇਰਾ ਸਦਾ ਥਿਰ ਰਹਿਣ ਵਾਲਾ ਨਾਮ ਸਿਮਰਦਾ ਹੈ। ਫਿਰ ਫਰਮਾਨ ਹੈ, ਅੰਦਰ ਸਾਚਾ ਮਨ ਤਨ ਸਾਚਾ, ਭਗਤ ਭਰੇ ਭੰਡਾਰੀ ਹੈ। ਕਹਿੰਦੇ ਗੁਰੂ ਦੇ ਸ਼ਬਦ ਦੀ ਰਾਹੀਂ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਸਦਾ ਥਿਰ ਸਰੂਪ ਵਿੱਚ ਟਿਕ ਕੇ ਤੇਰਾ ਸਿਮਰਨ ਕਰਦਾ ਹੈ, ਤੇ ਉਸ ਮਨੁੱਖ ਦਾ ਹਿਰਦਾ ਅਡੋਲ ਹੋ ਜਾਂਦਾ ਹੈ। ਫਿਰ ਉਹ ਡੋਲਦਾ ਨਹੀਂ। ਉਸ ਦਾ ਮਨ ਵੀ ਅਡੋਲ ਹੋ ਜਾਂਦਾ ਹੈ, ਮਨ ਵੀ ਫਿਰ ਇੱਧਰ ਉੱਧਰ ਨਹੀਂ ਭਟਕਦਾ। ਉਸ ਦਾ ਸਰੀਰ ਵਿਕਾਰਾਂ ਵੱਲੋਂ ਵੀ ਅਡੋਲ ਹੋ ਜਾਂਦਾ, ਵਿਕਾਰਾਂ ਦੇ ਵਿੱਚ ਨਹੀਂ ਫਸਦਾ ਉਹ, ਅਤੇ ਉਸ ਦੇ ਅੰਦਰ ਭਗਤੀ ਦੇ ਭੰਡਾਰ ਭਰ ਜਾਂਦੇ ਹਨ। ਫਿਰ ਫਰਮਾਨ ਹੈ, ਆਪੇ ਵੇਖੈ ਹੁਕਮ ਚਲਾਏ, ਆਪਣਾ ਭਾਣਾ ਆਪ ਕਰਾਏ। ਕਹਿੰਦੇ ਹੈ ਭਾਈ, ਪਰਮਾਤਮਾ ਆਪ ਹੀ ਸਭ ਜੀਵਾਂ ਦੀ ਸੰਭਾਲ ਕਰ ਰਿਹਾ ਹੈ। ਸਾਰਿਆਂ ਦੀ ਸੰਭਾਲ ਉਹ ਆਪ ਹੀ ਕਰ ਰਿਹਾ ਹੈ, ਸਭ ਨੂੰ ਆਪਣੇ ਹੁਕਮ ਵਿੱਚ ਤੋਰ ਰਿਹਾ ਹੈ। ਆਪਣੀ ਰਜ਼ਾ ਜੀਵਾਂ ਪਾਸੋਂ ਆਪ ਕਰਾਉਂਦਾ ਹੈ। ਫਿਰ ਫਰਮਾਨ ਹੈ, ਨਾਨਕ ਨਾਮ ਰਤੇ ਬੈਰਾਗੀ, ਮਨ ਤਨ ਰਸਨਾ ਨਾਮ ਸਵਾਰੀ ਹੈ। ਕਹਿੰਦੇ ਨਾਨਕ, ਜਿਹੜੇ ਮਨੁੱਖ ਉਸ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ, ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ। ਉਹਨਾਂ ਦਾ ਮਨ, ਉਹਨਾਂ ਦਾ ਤਨ, ਉਹਨਾਂ ਦੀ ਜੀਵ ਰਸਨਾ ਭਾਵ ਪਰਮਾਤਮਾ ਦੇ ਨਾਮ ਨੇ ਸੋਹਣੇ ਬਣਾ ਦਿੱਤੇ ਹੁੰਦੇ ਹੈ। ਭਾਵ ਉਹਨਾਂ ਦੇ ਜੀਵਨ ਦੇ ਵਿੱਚ ਤਬਦੀਲੀ ਆ ਜਾਂਦੀ ਹੈ। ਗੁਰਬਾਣੀ ਦਾ ਆਧਾਰ ਹੀ ਇਹ ਹੈ। ਗੁਰਬਾਣੀ ਪੜ੍ਹਨ ਦਾ ਮਤਲਬ ਮਕਸਦ ਕੀ ਹੈ ਗੁਰਬਾਣੀ ਦਾ? ਜੇ ਅਸੀਂ ਗੁਰਬਾਣੀ ਨੂੰ ਪੜ੍ਹਨ ਲੱਗ ਗਏ, ਮੰਨ ਲਓ ਪਹਿਲਾਂ ਨਹੀਂ ਪੜ੍ਹਿਆ, ਜਦੋਂ ਸ਼ੁਰੂ ਕਰ ਦਿੱਤਾ, ਗੁਰਬਾਣੀ ਪੜ੍ਹਨ ਦੇ ਨਾਲ ਜੇ ਜੀਵਨ ਦੇ ਵਿੱਚ ਤਬਦੀਲੀ ਆ ਗਈ ਤਾਂ ਸਮਝ ਲਓ ਅਸੀਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਅਤੇ ਜੇ ਮੰਨ ਲਓ ਪੜ੍ਹਨ ਦੇ ਵਿੱਚ, ਗੁਰਬਾਣੀ ਪੜ੍ਹਨ ਨਾਲ ਜੀਵਨ ਦੇ ਵਿੱਚ ਤਬਦੀਲੀ ਨਾ ਆਈ ਤਾਂ ਫਿਰ ਸਮਝ ਲਓ ਉਤਲੇ ਮਨੋਂ ਹੀ ਪੜ੍ਹੀ, ਫਿਰ ਉਹਦੇ ਵਿੱਚ ਉਹਨੂੰ ਵਿਚਾਰਿਆ ਨਹੀਂ। ਤਬਦੀਲੀ ਆਉਣਾ ਜ਼ਰੂਰੀ ਹੈ ਜੀਵਨ ਦੇ ਵਿੱਚ। ਜੇ ਤਬਦੀਲੀ ਨਾ ਆਈ
ਤਾਂ ਜਿੰਨਾ ਭਲਾਂ ਦੀ ਸਾਰੀ ਉਮਰ ਹੀ ਪੜ੍ਹੀ ਰੱਖ, ਉਹਦਾ ਲਾਭ ਨਹੀਂ ਮਿਲਣਾ। ਲਾਭ ਤਾਂ ਹੀ ਮਿਲਣਾ ਜੇ ਜੀਵਨ ਦੇ ਵਿੱਚ ਤਬਦੀਲੀ ਲਿਆਏਗਾ ਤਾਂ। ਤੇ ਉਸੇ ਨੂੰ ਹੀ ਕਹਿੰਦੇ ਹੈ ਵੀ ਗੁਰੂ ਦੇ ਮੱਤ ਤੇ ਤੁਰਨਾ। ਜੇ ਮੰਨ ਲਓ ਸੁਭਾਅ ਦੇ ਵਿੱਚ ਤਬਦੀਲੀ ਨਾ ਆਈ, ਨਿਮਰਤਾ ਨਾ ਆਈ, ਸਹਿਣ ਸ਼ਕਤੀ ਨਾ ਹੋਈ ਬਾਣੀ ਪੜ੍ਹ ਕੇ, ਤਾਂ ਸਮਝ ਲਓ ਫਿਰ ਪੜ੍ਹੀ ਨਹੀਂ। ਫਿਰ ਤਾਂ ਉਤਲੇ ਮੂੰਹ ਕਾ ਕਹਿਆ ਵਾਓ, ਫਿਰ ਤਾਂ ਉਤਲੇ ਮੂੰਹ ਚੋਂ ਹਵਾ ਦੇ ਸਮਾਨ ਹੀ ਰਹਿ ਗਿਆ, ਬਸ ਅੰਦਰ ਨਹੀਂ ਉਤਾਰੀ। ਫਿਰ ਤਾਂ ਸਮਝ ਲਓ ਇਉਂ ਕਹੀ ਗਿਆ ਜਿਵੇਂ ਪਿਆਸ ਲੱਗੀ ਹੋਵੇ, ਪਾਣੀ 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 ਪਾਣੀ, ਅਤੇ ਪੀ ਕੇ ਜਿੰਨਾ ਚਿਰ ਪਾਣੀ ਪੀਏ ਨਾ, ਟਪਾਈਏ ਨਾ ਅੰਦਰ, ਤਾਂ ਉਹਨਾਂ ਚਿਰ ਪਿਆਸ ਨਹੀਂ ਨਾ ਬੁਝਦੀ। ਕਹਿਣ ਨਾਲ ਜਿੰਨਾ ਮਰਜ਼ੀ ਕਹੀ ਹੋਵੇਗੀ ਤੇ ਬੁਝ ਗਈ, ਤੇ ਬੁਝ ਗਈ, ਪਿਆਸ ਬੁਝ ਗਈ ਮੇਰੀ। ਜੇ ਪਾਣੀ ਦੀ ਪਿਆਸ ਲੱਗੀ ਹੋਵੇ, ਕਹਿ ਲਵੇ ਮੈਂ ਪਾਣੀ ਪੀ ਲਿਆ, ਮੈਂ ਪਾਣੀ ਪੀ ਲਿਆ, ਮੇਰੀ ਪਿਆਸ ਬੁਝ ਗਈ, ਕਹਿਣ ਨਾਲ ਤਾਂ ਨਹੀਂ ਨਾ ਬੁਝਦੀ। ਜਿੰਨਾ ਚਿਰ ਪੀ ਕੇ ਉਹਨੂੰ ਅੰਦਰ ਨਹੀਂ ਟਪਾਉਂਦਾ, ਉਹਨਾਂ ਚਿਰ ਨਹੀਂ ਬੁਝਦੀ। ਇਸ ਤਾਂ ਗੱਲ ਦਾ ਸਭ ਨੂੰ ਪਤਾ ਹੈ। ਅਤੇ ਇਹੀ ਗੁਰਬਾਣੀ ਨੂੰ ਪੜ੍ਹ ਕੇ ਜੇ ਉਹਨੂੰ ਅੰਦਰ ਵਸਾਇਆ ਨਾ, ਹਿਰਦੇ ਦੇ ਅੰਦਰ ਉਤਾਰਿਆ ਨਾ ਆਪਦੇ ਜੀਵਨ ਦੇ ਵਿੱਚ, ਤਾਂ ਫਿਰ ਜਿੰਨਾ ਚਿਰ ਭਲਾਂ ਦੀ ਸਾਰੀ ਉਮਰ ਹੀ ਪੜ੍ਹੀ ਰੱਖ। ਅਤੇ ਜੇ ਇੱਕ ਸ਼ਬਦ ਵੀ, ਇੱਕ ਤੁਕ, ਇੱਕ ਸ਼ਬਦ ਦਾ ਮੰਨ ਲਓ ਹਿੱਸਾ ਪੜ੍ਹ ਕੇ ਉਹਦੇ ਜੀਵਨ ਦੇ ਵਿੱਚ ਵਸਾ ਲਿਆ, ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਇੱਕ ਕਿਣਕਾ ਵੀ ਜੇ ਜੀ ਦੇ ਵਿੱਚ ਵਸ ਗਿਆ ਤਾਂ ਜੀਵਨ ਸਫਲਾ ਹੋ ਜਾਂਦਾ। ਸਾਰਾ ਤਾਂ ਬਹੁਤ ਦੂਰ ਦੀ ਗੱਲ ਹੈ। ਜੇ ਇੱਕ ਕਿਣਕਾ ਮਾਤਰ ਵੀ ਅਸੀਂ ਅਸਰ ਕਰ ਲਈਏ ਨਾ ਗੁਰਬਾਣੀ ਦੇ ਉੱਤੇ, ਗੌਰ ਕਰ ਲਈਏ ਉਹਨੂੰ ਆਪਦੇ ਜੀਵਨ ਦੇ ਵਿੱਚ, ਇੱਕ ਅੱਧੇ ਹੁਕਮ ਨੂੰ ਹੀ ਗੁਰੂ ਦੇ ਨੂੰ ਉਤਾਰ ਲਈਏ, ਤਾਂ ਸਮਝ ਲਓ ਜੀਵਨ ਬਦਲ ਕੇ ਰੱਖ ਦਿੰਦੀ ਹੈ। ਐਡੀ ਤਾਕਤ ਹੈ ਗੁਰਬਾਣੀ ਦੇ ਵਿੱਚ। ਪਰ ਜੇ ਨਾ ਉਤਾਰਿਆ, ਫਿਰ ਭਲਾਂ ਦੀ ਜਿੰਨਾ ਮਰਜ਼ੀ ਦਿਨ ਰਾਤ ਪੜ੍ਹੀ ਰੱਖ, ਪੜ੍ਹ ਗੱਡੀ ਲੱਦੀ ਹੈ, ਫਿਰ ਤਾਂ ਗੱਡੇ ਲੱਦੀ ਆ ਭਲਾਂ ਦੀ, ਫਿਰ ਫਾਇਦਾ ਨਹੀਂ ਹੈ। ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ। ਵਿਚਾਰਾਂ ਕਰਦਿਆਂ ਬੇਅੰਤ ਉਨਤਾਈਆਂ ਹੋ ਗਈਆਂ ਉਹਨੀਆਂ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣਯੋਗ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।